ਅਗਲੀ ਗੱਲ ਉਸ ਤੋਂ ਆ ਜਾਂਦੀ ਹੈ, ਕੁੜੀ ਦਾ ਵਿਆਹ ਛੇਤੀ ਛੇਤੀ ਕਰ ਦਿਓ। ਕਿਉਂ? ਤਾਂ ਕਿ ਕੁੜੀ ਕਿਸੇ ਪਰਾਏ ਪੁਰਸ਼ ਨਾਲ ਵਿਆਹ ਤੋਂ ਪਹਿਲੋਂ ਭੱਜ ਨਾ ਜਾਵੇ, ਜਾਂ ਸਾਡੀ ਧੀ ਕਿਸੇ ਪਰਾਏ ਪੁਰਸ਼ ਨਾਲ ਕੋਈ ਸੰਗ ਨਾ ਕਰ ਲਵੇ। ਕਿਉਂ? ਕਿਉਂਕਿ ਧੀ ਸਾਡੀ ਇੱਜ਼ਤ ਹੈ। ਮੁੰਡਾ ਭਾਵੇਂ ਚਾਰ ਥਾਈਂ ਖੇ ਖਾ ਕੇ ਆਵੇ, ਉਦੋਂ ਸਾਡੀ ਇੱਜ਼ਤ 'ਚ ਫਰਕ ਨਹੀਂ ਪੈਂਦਾ। ਸਾਡੇ ਸਮਾਜ ਨੇ ਇੱਕ ਗਲਤ ਧਾਰਨਾ ਬਣਾ ਲਈ ਹੋਈ ਹੈ, ਉਹਨੂੰ ਬਦਲਣ ਦੀ ਲੋੜ ਹੈ। ਇਸ ਕਰਕੇ ਜੇ ਆਪਾਂ ਧੀ ਦੀ ਇਸ ਇੱਜ਼ਤ ਵਾਲੀ ਗੱਲ ਨੂੰ ਮੰਨ ਕੇ ਚੱਲਣਾ ਤਾਂ ਫਿਰ ਆਪਣੀ ਲੜਕੀ ਨੂੰ ਸਿੱਖਿਆ ਐਸੀ ਦੇ ਕੇ ਰੱਖੋ, ਐਸੇ ਸੰਸਕਾਰ ਦੇ ਕੇ ਰੱਖੋ ਤਾਂ ਕਿ ਧੀ ਤੁਹਾਡੀ ਇੱਜ਼ਤ ਖਰਾਬ ਨਾ ਕਰੇ। ਹਾਲਾਤ ਐਸੇ ਬਣ ਜਾਂਦੇ ਨੇ ਕਿ ਸਾਡੇ ਲੜਕੇ ਜਾਂ ਲੜਕੀਆਂ ਉਹ ਕਿਸੇ ਪਰਾਏ ਮੁੰਡੇ ਕੁੜੀ ਨਾਲ ਸੰਪਰਕ ਕਰਨ ਵਾਸਤੇ ਉਤਸ਼ਾਹਿਤ ਹੋ ਜਾਂਦੇ ਨੇ। ਤੁਹਾਡੀ ਸਿੱਖਿਆ ਤੇ ਸੰਸਕਾਰ ਕੋਈ ਰੁਕਾਵਟ ਪਾਉਂਦੇ ਨੇ ਤੇ ਕਈ ਵਾਰੀ ਨਹੀਂ ਰੁਕਾਵਟ ਪਾਉਂਦੇ। ਜਦੋਂ ਆਪਾਂ ਘਰ ਦੇ ਵਿੱਚ ਵੀ ਟੀਵੀ ਤੇ ਸਾਰਾ ਦਿਨ ਫਿਲਮਾਂ ਵੇਖਣੀਆਂ ਨੇ ਤੇ ਫਿਲਮਾਂ ਦੇ ਵਿੱਚ ਇਹੋ ਹੀ ਵੇਖਣਾ ਨਾ ਕਿ ਮੁੰਡਾ ਕੁੜੀ ਜਿਹੜੇ ਨੇ ਉਹ ਆਪਸ ਵਿੱਚ ਕਿਵੇਂ ਚੁੰਮਦੇ ਚੱਟਦੇ ਨੇ। ਸਕੂਲਾਂ ਕਾਲਜਾਂ 'ਚ ਵਿਦਿਆਲਿਆਂ ਦੇ ਵਿੱਚ ਉੱਥੇ ਜਿੰਨਾ ਸਾਹਿਤ ਪੜ੍ਹਾਇਆ ਜਾਂਦਾ, ਜਿਹੜੀਆਂ ਕਵਿਤਾਵਾਂ ਪੜ੍ਹਾਈਆਂ ਜਾਂਦੀਆਂ ਨੇ, ਜੋ ਵੀ ਹੁੰਦਾ ਉਹ ਸਾਰਾ ਹੀ ਇਸਤਰੀ ਪੁਰਸ਼ ਦੇ ਪ੍ਰੇਮ ਦਾ ਹੁੰਦਾ। ਜਿੰਨੇ ਧਾਰਮਿਕ ਸਮਾਗਮ ਨੇ ਸਾਡੇ ਹਿੰਦੂ ਤੇ ਸਿੱਖਾਂ ਦੇ, ਉੱਥੇ ਵੀ ਇਸਤਰੀ ਪੁਰਸ਼ ਦੇ ਪ੍ਰੇਮ ਦੇ ਪ੍ਰਮਾਣ ਦੇ ਕੇ ਹੀ ਪ੍ਰਭੂ ਨਾਲ ਮਿਲਾਪ ਵੀ ਉਸੇ ਤਰ੍ਹਾਂ ਹੀ ਗੱਲ ਕੀਤੀ ਜਾਂਦੀ ਹੈ। ਕ੍ਰਿਸ਼ਨ ਲੀਲਾ ਦੀ ਗੱਲ ਕੀਤੀ ਜਾਂਦੀ ਹੈ। ਨੌਜਵਾਨ ਬੱਚੇ ਜਦੋਂ ਇਹ ਤੁਕਾਂ ਸੁਣਦੇ ਨੇ, ਅੱਜ ਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੀ ਹੋਈ ਹੈ। ਉਹਨਾਂ ਨੂੰ ਪ੍ਰਭੂ ਪ੍ਰਾਪਤੀ ਦੀ ਗੱਲ ਤਾਂ ਸਮਝ ਨਹੀਂ ਆ ਸਕਦੀ ਚੜ੍ਹਦੀ ਜਵਾਨੀ ਦੀ ਉਮਰ ਦੇ ਵਿੱਚ, ਪਰ ਦੂਸਰੀ ਗੱਲ ਜ਼ਰੂਰ ਸਮਝ ਆ ਜਾਵੇਗੀ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੀ ਲਿਖਿਆ ਹੋਇਆ, ਬਿੰਦਰਾਵਨ ਮੇ ਰੰਗ ਕੀਆ ਕਾਨਾ, ਉਹ ਕੀ ਹੈ? ਸਾਡੀ ਗੁਰਬਾਣੀ ਆਦਿ ਬਾਣੀ ਦੇ ਵਿੱਚ ਬਹੁਤ ਥਾਵਾਂ ਤੇ ਪ੍ਰਭੂ ਪ੍ਰਾਪਤੀ, ਗੁਰੂ ਦੇ ਨਾਲ ਮੇਲ, ਇਸਤਰੀ ਪੁਰਸ਼ ਦੇ ਬਿਸਤਰੇ ਤੇ ਜਾ ਕੇ ਸੰਬੰਧ ਬਣਾਉਣ ਦੇ ਨਾਲ ਰੰਗ ਰਲੀਆਂ ਬਿਸਤਰੇ ਤੇ ਜਾ ਕੇ ਮੰਨਣ ਵਾਲੀਆਂ ਤੁਕਾਂ ਲਿਖੀਆਂ ਹੋਈਆਂ ਨੇ। ਜਦੋਂ ਉਹ ਸਾਰੀਆਂ ਤੁਕਾਂ ਪੜ੍ਹੀਆਂ ਜਾਣਗੀਆਂ ਤੇ ਜੇ ਸਾਡੇ ਬੱਚਿਆਂ ਨੂੰ ਉਹਨਾਂ ਦੀ ਸਮਝ ਆਵੇਗੀ ਤਾਂ ਜ਼ਰੂਰੀ ਗੱਲ ਹੈ ਕਿ ਸਾਡੇ ਬੱਚਿਆਂ ਦੇ ਮਨ ਦੇ ਵਿੱਚ ਕਾਮ ਉਤਸ਼ਾਹ ਵਧੇਗਾ ਹੀ ਵਧੇਗਾ, ਕੋਈ ਨਹੀਂ ਰੋਕ ਸਕਦਾ ਉਹਨੂੰ। ਜਦੋਂ ਸਾਡੇ ਬੱਚੇ ਕਾਲਜ ਯੂਨੀਵਰਸਿਟੀਆਂ ਵਿੱਚ ਜਾਂਦੇ ਨੇ, ਉੱਥੇ ਵੀ ਅੱਜ ਕੱਲ੍ਹ ਜਿਵੇਂ ਕੋ ਐਜੂਕੇਸ਼ਨ ਹੋਣੀ ਚਾਹੀਦੀ ਹੈ, ਮਾੜੀ ਗੱਲ ਨਹੀਂ ਹੈਗੀ ਪਰ ਚੰਗੀ ਵੀ ਨਹੀਂ ਹੈਗੀ, ਇਹਦੇ ਲਾਭ ਨੁਕਸਾਨ ਦੋਵੇਂ ਹੀ ਹੈਗੇ ਨੇ। ਉੱਥੇ ਜਦੋਂ ਮੁੰਡੇ ਕੁੜੀਆਂ ਨੇ ਇਕੱਠੇ ਰਹਿਣਾ, ਇੱਕ ਦੂਸਰੇ ਨੂੰ ਛੇੜਨਾ ਹੀ ਛੇੜਨਾ, ਤੇ ਉੱਥੇ ਵੀ ਉਹਨਾਂ ਦੇ ਮਨ ਦੇ ਵਿੱਚ ਭਾਵਨਾ ਆਉਣੀ ਹੈ। ਸਾਨੂੰ ਇਹ ਪ੍ਰਵਾਨ ਕਰਨ ਦੀ ਲੋੜ ਹੈ ਕਿ ਕਾਮ ਸਾਡੇ ਜੀਵਨ ਦਾ ਇੱਕ ਅਟੁੱਟ ਅੰਗ ਹੈ, ਇਹਨੂੰ ਸਮਾਪਤ ਨਹੀਂ ਕੀਤਾ ਜਾ ਸਕਦਾ, ਕਿਸੇ ਕੀਮਤ ਤੇ ਨਹੀਂ ਕੀਤਾ ਜਾ ਸਕਦਾ। ਵਧਾਇਆ ਘਟਾਇਆ ਜ਼ਰੂਰ ਜਾ ਸਕਦਾ ਹੈ ਹਾਲਾਤਾਂ ਦੇ ਅਨੁਸਾਰ, ਤੇ ਚੜ੍ਹਦੀ ਜਵਾਨੀ ਦੇ ਵਿੱਚ ਕਾਮ ਇੱਛਾ ਜ਼ਿਆਦਾ ਪ੍ਰਬਲ ਹੁੰਦੀ ਹੀ ਹੈ। ਉਹਨਾਂ ਹਾਲਾਤਾਂ ਦੇ ਵਿੱਚ ਜੇ ਅਸੀਂ ਆਖੀਏ ਕਿ ਸਾਡੇ ਬੱਚੇ ਕੁਝ ਵੀ ਨਹੀਂ ਕਰਨਗੇ ਤੇ ਜਾਂ ਕਰਦੇ ਹੀ ਕੁਝ ਨਹੀਂ, ਜਿਵੇਂ ਕਬੂਤਰ ਅੱਖਾਂ ਮੀਟ ਲੈਂਦਾ ਕਿ ਬਿੱਲੀ ਤੇ ਆਈ ਨਹੀਂ, ਤੇ ਬਿੱਲੀ ਤੇ ਆਈ ਹੁੰਦੀ ਆ। ਇਸੇ ਤਰ੍ਹਾਂ ਸਾਡੇ ਬੱਚਿਆਂ ਨੂੰ ਕਾਮ ਇੱਛਾ ਆਈ ਹੁੰਦੀ ਆ, ਅਸੀਂ ਅੱਖਾਂ ਮੀਟੀਆਂ ਹੁੰਦੀਆਂ ਨੇ ਕਬੂਤਰ ਵਾਂਗੂ। ਇਹ ਜੋ ਇਸ ਵੇਲੇ ਸਾਡੇ ਹਾਲਾਤ ਚੱਲ ਰਹੇ ਨੇ, ਇੰਟਰਨੈਟ, ਮੋਬਾਈਲ ਆਦਿ ਦੇ ਸਾਧਨਾਂ ਕਰਕੇ, ਆਵਾਜਾਈ ਦੇ ਸਾਧਨਾਂ ਕਰਕੇ, ਉਹਦੇ ਕਰਕੇ ਸਾਰੇ ਬੱਚੇ ਤੇ ਨਹੀਂ ਇਸ ਤਰ੍ਹਾਂ ਦੇ ਗਲਤ ਜਾਂ ਬਿਨਾਂ ਵਿਆਹ ਤੋਂ ਸੰਬੰਧ ਸਥਾਪਿਤ ਕਰਦੇ, ਪਰ ਬਹੁਤ ਸਾਰੇ ਕਰਦੇ ਵੀ ਨੇ। ਸਾਡੇ ਅਣਵਿਆਹੇ ਬੱਚਿਆਂ ਦੀ ਮੈਂ ਕੀ ਗੱਲ ਕਰਾਂ, ਜਿਹੜੇ ਵਿਆਹੇ ਹੋਏ ਨੇ ਉਹ ਬੰਦੇ ਜਨਾਨੀਆਂ ਵੀ ਇੰਟਰਨੈਟ ਤੇ ਮੋਬਾਈਲ ਦੇ ਕਰਕੇ ਉਹ ਵੀ ਬਗਾਨੀਆਂ ਜਨਾਨੀਆਂ ਬਗਾਨਿਆਂ ਬੰਦਿਆਂ ਨਾਲ ਸੰਪਰਕ ਆਪਣਾ ਬਣਾ ਕੇ ਰੱਖਦੇ ਨੇ, ਔਰ ਦਫ਼ਤਰ ਜਾਂਦੇ ਨੇ, ਕੌਣ ਕਿੱਥੇ ਜਾਂਦਾ, ਕੌਣ ਕਿਸੇ ਨੂੰ ਮਿਲਦਾ, ਕਿਸੇ ਨੂੰ ਕੋਈ ਪਤਾ ਨਹੀਂਗਾ, ਔਰ ਉਹ ਗਲਤ ਸੰਬੰਧ ਲੋਕਾਂ ਨਾਲ ਬਣਾਉਂਦੇ ਨੇ। ਇਹ ਜੀਵਨ ਦੀ ਅਟੱਲ ਸੱਚਾਈ ਹੈ। ਮੈਂ ਇਹ ਨਹੀਂ ਕਹਿ ਰਿਹਾ ਕਿ ਉਹ ਠੀਕ ਕਰਦੇ ਨੇ, ਮੈਂ ਇਹ ਨਹੀਂ ਕਹਿ ਰਿਹਾ ਕਿ ਉਹਨਾਂ ਨੂੰ ਕਰਨਾ ਚਾਹੀਦਾ, ਪਰ ਉਹ ਕਰਦੇ ਨੇ। ਤੁਸੀਂ ਜੇ ਰੋਕ ਸਕਦੇ ਹੋ ਤਾਂ ਰੋਕ ਲਓ ਬਈ, ਮੇਰੇ ਅਨੁਸਾਰ ਤੇ ਨਹੀਂ ਰੋਕਿਆ ਜਾ ਸਕਦਾ। ਮੈਂ ਤਾਂ ਆਪ ਜੀ ਨੂੰ ਸਿਰਫ ਸੁਚੇਤ ਕਰ ਰਿਹਾ, ਜਾਣਕਾਰੀ ਦੇ ਰਿਹਾ ਕਿ ਆਹ ਚੀਜ਼ ਹੋ ਰਹੀ ਹੈ, ਇਹਦੇ ਤੋਂ ਕਿਵੇਂ ਬਚਣਾ ਜਾਂ ਇਹਨੂੰ ਦਿਸ਼ਾ ਕੀ ਦੇਣੀ ਹੈ। ਸਾਧ ਸੰਗਤ ਜੀ, ਇਸ ਵਿਸ਼ੇ ਉੱਤੇ ਆਪ ਜੀ ਨਾਲ ਮੈਂ ਕਈ ਦਿਨਾਂ ਤੋਂ ਬੇਨਤੀਆਂ ਕਰ ਰਿਹਾ। ਅੱਜ ਉਸ ਵਿਸ਼ੇ ਤੇ ਵੱਖਰੀ ਤਰ੍ਹਾਂ ਦੀ ਥੋੜ੍ਹੀ ਜਿਹੀ ਬੇਨਤੀ ਕਰਾਂਗਾ, ਪਰ ਹੈਗੀ ਪਰਿਵਾਰਕ ਕਲੇਸ਼ ਮਿਟਾਉਣ ਸੰਬੰਧੀ ਹੈ। ਮੈਂ ਆਪ ਜੀ ਨੂੰ ਅੱਗੇ ਵੀ ਬੇਨਤੀ ਕੀਤੀ ਸੀ ਕਿ ਪਰਿਵਾਰ ਵਿੱਚ ਕਲੇਸ਼ ਦੇ ਕਾਰਨ ਜਾਣਨ ਦੀ ਲੋੜ ਹੈ ਅਤੇ ਕਾਰਨ ਜਾਣ ਕੇ ਉਹਨੂੰ ਦੂਰ ਕਰਨ ਦੀ ਲੋੜ ਹੈ। ਭਾਵ
ਜਿਵੇਂ ਕਿਸੇ ਵੈਦ ਨੂੰ ਇਹ ਸਮਝਣ ਦੀ ਲੋੜ ਹੈ ਕਿ ਰੋਗੀ ਨੂੰ ਰੋਗ ਕੀ ਹੋ ਗਿਆ, ਇਹਨੂੰ ਜਵਾਰ ਹੋ ਗਿਆ ਯਾਨੀ ਕਿ ਬੁਖਾਰ ਹੋ ਗਿਆ, ਕਿ ਇਹਨੂੰ ਤਪਦਿਕ ਹੋਏ ਹੈ ਕਿ ਖੰਘ ਹੋਈ ਹੈ। ਇੱਕ ਤੇ ਇਹ ਜਾਣਨ ਦੀ ਲੋੜ ਹੈ, ਫਿਰ ਇਹ ਜਾਣਨ ਦੀ ਲੋੜ ਹੈ ਕਿ ਉਹ ਰੋਗ ਕਿਉਂ ਹੋਇਆ, ਬਹੁਤੀਆਂ ਮਿਰਚਾਂ ਖਾਣ ਕਰਕੇ ਹੋਇਆ ਕਿ ਬਹੁਤਾ ਮਿੱਠਾ ਖਾਣ ਕਰਕੇ ਹੋਇਆ। ਆਪਾਂ ਨੂੰ ਵੀ ਇਹ ਸਮਝਣ ਦੀ ਲੋੜ ਹੈ ਕਿ ਸਾਡੇ ਘਰ ਵਿੱਚ ਕਲੇਸ਼ ਹੈ, ਤੇ ਕਲੇਸ਼ ਇੱਕ ਰੋਗ ਹੈ ਜਿਹੜਾ ਕਿ ਸਾਰੇ ਸਾਡੇ ਘਰ ਦੇ ਪ੍ਰਾਣੀਆਂ ਨੂੰ ਤੰਗ ਕਰਦਾ ਪਿਆ। ਉਹ ਜਿਹੜਾ ਰੋਗ ਹੈ, ਉਹ ਰੋਗ ਦਾ ਕਾਰਨ ਕੀ ਹੈ? ਪਹਿਲੀ ਗੱਲ ਇਹ ਕਿ ਰੋਗ ਨੂੰ ਪਛਾਣਨਾ, ਫਿਰ ਰੋਗ ਦਾ ਕਾਰਨ ਜਾਣਨਾ, ਤੇ ਕਾਰਨ ਦਾ ਨਿਵਾਰਨ ਹੋਏਗਾ ਤਾਂ ਰੋਗ ਆਪੇ ਹੀ ਦੂਰ ਹੋ ਜਾਏਗਾ। ਕਿਵੇਂ? ਜਿਵੇਂ ਜੇ ਬਹੁਤੀਆਂ ਮਿਰਚਾਂ ਖਾ ਕੇ ਗਲਾ ਪੱਕਿਆ ਹੋਵੇ, ਗਲੇ 'ਚ ਜ਼ਖਮ ਹੋਏ ਹੋਣ, ਤੇ ਮਿਰਚਾਂ ਦਾ ਹੀ ਘੋਟ-ਘੋਟ ਕੇ ਉਹਦੇ ਤੇ ਲੇਪ ਕਰ ਦਈਏ, ਰੋਗ ਕਿਵੇਂ ਠੀਕ ਹੋ ਜਾਏਗਾ? ਨਹੀਂ, ਉਹਦੇ ਉੱਤੇ ਤਾਂ ਮਿੱਠੀ ਚੀਜ਼ ਦਾ ਲੇਪ ਹੋਏਗਾ, ਗਲੇ ਦੇ ਅੰਦਰ, ਗਲੇ ਦੇ ਬਾਹਰ ਠੰਡੀ ਚੀਜ਼ ਦਾ ਲੇਪ ਹੋਏਗਾ, ਤਾਂ ਜਾ ਕੇ ਰੋਗ ਦਾ ਨਿਵਾਰਨ ਹੋਏਗਾ। ਕਿਉਂਕਿ ਮਿਰਚਾਂ ਕੌੜੀਆਂ ਸਨ ਨਾ, ਉਹਦੇ ਉਲਟ ਕੰਮ ਕੀਤਾ ਜਾਏਗਾ, ਫਿਰ ਉਹਦਾ ਨਿਵਾਰਨ ਹੋਏਗਾ। ਇਸੇ ਤਰ੍ਹਾਂ ਅਸੀਂ ਰੋਗ ਨੂੰ ਪਹਿਲੋਂ ਪਹਿਚਾਣੀਏ, ਤੇ ਰੋਗ ਪਹਿਚਾਣ ਕੇ ਫਿਰ ਰੋਗ ਦਾ ਕਾਰਨ ਜਾਣਨ ਦੀ ਲੋੜ ਹੈ। ਰੋਗ ਤਾਂ ਆਪਾਂ ਪਛਾਣ ਲਿਆ ਕਿ ਰੋਗ ਹੈਗਾ ਪਰਿਵਾਰਕ ਕਲੇਸ਼। ਰੋਗ ਦੇ ਪਿੱਛੇ ਕਈ ਕਾਰਨ ਨੇ, ਜਿਨ੍ਹਾਂ ਵਿੱਚੋਂ ਇੱਕ ਬਹੁਤ ਵੱਡਾ ਕਾਰਨ ਹੈ ਫਿੱਕਾ ਬੋਲਣਾ। ਉਹ ਜਿਹੜਾ ਇੱਕ ਫਿੱਕਾ ਬੋਲਣ ਵਾਲਾ ਕਾਰਨ ਹੈ, ਉਹਨੂੰ ਦੂਰ ਕਰਨ ਵਾਸਤੇ ਆਪਾਂ ਸਾਰਾ ਹੀ ਪ੍ਰਯਤਨ ਕਰ ਦਈਏ ਤਾਂ ਮਿੰਟੋ ਮਿੰਟੀ, ਜਿਵੇਂ ਡਾਕਟਰ ਦੇ ਟੀਕਾ ਲਾਇਆ ਝੱਟ ਤਾਪ ਲੈ ਜਾਂਦਾ ਨਾ, ਇਸ ਤਰ੍ਹਾਂ ਹੀ ਸਾਡੇ ਕਲੇਸ਼ ਵੀ ਦੂਰ ਹੋਣਗੇ। ਕਰਕੇ ਵੇਖੋ, ਕਿਉਂਕਿ ਸੱਚੇ ਪਾਤਸ਼ਾਹ ਦਾ ਬਚਨ ਹੈ ਨਾ, ਮੇਰੀ ਗੱਲ ਤੇ ਹੈ ਨਹੀਂ, ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਉਚਾਰਿਆ ਹੋਇਆ, ਸਹਿਜ ਸੰਤੋਖ ਸਿਗਾਰਿਆ, ਮਿੱਠਾ ਬੋਲਣੀ। ਸ਼ਿੰਗਾਰ ਕਾਹਦਾ ਕਰ? ਸੰਤੋਖ ਭਾਵ ਸੰਜਮ ਦਾ, ਗਿਆਨ ਦਾ, ਤੇ ਮਿੱਠਾ ਬੋਲਣ ਦਾ ਸ਼ਿੰਗਾਰ ਕਰ। ਕਿਉਂਕਿ ਸਾਰੀ ਗੁਰਬਾਣੀ ਵਿੱਚ ਸੱਚੇ ਪਾਤਸ਼ਾਹ ਨੇ ਸਿੱਖ ਨੂੰ ਇਸਤਰੀ ਰੂਪ ਮੰਨ ਕੇ ਅਤੇ ਸਤਿਗੁਰੂ ਜਾਂ ਪ੍ਰਭੂ ਨੂੰ ਉਹਨਾਂ ਨੂੰ ਪਤੀ ਰੂਪ ਮੰਨ ਕੇ ਉਹਨਾਂ ਦੇ ਮੇਲ ਦੇ ਬਾਰੇ ਬਚਨ ਕੀਤੇ ਨੇ। ਭਾਵ ਇੱਥੇ ਜਿੱਥੇ ਸ਼ਿੰਗਾਰ ਕਰਨ ਦੀ ਗੱਲ ਆਉਂਦੀ ਹੈ, ਉੱਥੇ ਭਾਵੇਂ ਮਨੁੱਖ ਪੁਰਸ਼ ਵੀ ਸ਼ਿੰਗਾਰ ਕਰਦੇ ਨੇ, ਪਰ ਮੁੱਖ ਰੂਪ ਵਿੱਚ ਸ਼ਿੰਗਾਰ ਇਸਤਰੀਆਂ ਕਰਦੀਆਂ ਨੇ। ਤੇ ਉਹਦੇ ਵਿੱਚ 16 ਸ਼ਿੰਗਾਰਾਂ ਦੀ ਵੀ ਗੱਲ ਬੜੇ ਥਾਵਾਂ ਤੇ ਗੁਰੂ ਸਾਹਿਬ ਨੇ ਕੀਤੀ ਹੈ, ਪਰ ਇਸਤਰੀ ਸ਼ਿੰਗਾਰ ਜ਼ਿਆਦਾ ਕਰਦੀ ਹੈ। ਕਿਸ ਕਰਕੇ ਕਰਦੀ ਹੈ? ਆਪਣੇ ਪਤੀ ਨੂੰ ਸੁੰਦਰ ਆਕਰਸ਼ਕ ਲੱਗਣ ਵਾਸਤੇ, ਤਾਂ ਕਿ ਮੇਰਾ ਪਤੀ ਮੈਨੂੰ ਪਸੰਦ ਕਰੇ, ਮੈਂ ਆਕਰਸ਼ਕ ਲੱਗਾ, ਤੇ ਫਿਰ ਪਤੀ ਮੇਰੇ ਨਾਲ ਪ੍ਰੇਮ ਕਰੇ। ਸੋ ਉਹਦੇ ਵਾਸਤੇ ਸੱਚੇ ਪਾਤਸ਼ਾਹ ਬਚਨ ਕੀਤਾ ਹੈ ਕਿ ਸ਼ਿੰਗਾਰ ਕਾਹਦਾ ਕਰ? ਸਹਿਜ ਸੰਤੋਖ ਸਿਗਾਰਿਆ, ਮਿੱਠਾ ਬੋਲਣੀ। ਸੰਜਮ ਦਾ ਇਹ ਨਹੀਂ ਕਿ ਮੈਨੂੰ ਆਹ ਵੀ ਚੀਜ਼ ਚਾਹੀਦੀ ਹੈ, ਆਹ ਵੀ ਚਾਹੀਦੀ ਹੈ, ਆਹ ਵੀ ਚਾਹੀਦੀ ਹੈ, ਜਿੰਨੀ ਲੋੜ ਹੈ। ਭੁੱਖੇ ਵੀ ਨਹੀਂ ਰਹਿਣਾ, ਇਹ ਵੀ ਨਹੀਂ ਗਾ ਕਿ ਸੂਟ ਨਹੀਂ ਚਾਹੀਦੇ, ਟੌਰ ਵੀ ਕੱਢਣਾ, ਪਰ ਹਰ ਚੀਜ਼ ਇੱਕ ਸੀਮਾ ਤੱਕ। ਫਿਰ ਮਿੱਠਾ ਬੋਲੇ ਨਿਵ ਚਲੈ, ਇਹ ਤੁਕ ਬਹੁਤ ਸਮਝਣ ਵਾਲੀ ਹੈ। ਜਿਹੜੀ ਤੁਕ ਮੈਂ ਅੱਗੇ ਕਈ ਵਾਰੀ ਆਪ ਜੀ ਨੂੰ ਬੇਨਤੀ ਕੀਤੀ ਹੈ ਨਾ, ਇਹ ਉਹਦੇ ਨਾਲ ਹੀ ਮੇਲ ਖਾਂਦੀ ਹੈ। ਮਿੱਠਾ ਬੋਲੇ ਨਿਵ ਚਲੈ, ਉੱਥੇ ਹੈਗਾ ਨਿਵਣ ਸੋ ਅੱਖਰ ਖਿਵਣ ਗੁਣ। ਨਿਵਣ ਸੋ ਅੱਖਰ ਖਿਵਣ ਗੁਣ, ਜੇਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ, ਤਾਂ ਵਸ ਆਈ ਕੰਤ। ਇਹ ਤਿੰਨ ਤਰ੍ਹਾਂ ਦਾ ਤੂੰ ਬਸਤਰ ਪਹਿਨ ਕੇ ਆਪਣਾ ਪਹਿਰਾਵਾ ਪਾਏਗੀ। ਇਹਨਾਂ ਤਿੰਨਾਂ ਬਸਤਰਾਂ ਵਾਲਾ ਮਿੱਠਾ ਬੋਲਣਾ, ਖਿਮਾ ਕਰਨੀ ਅਤੇ ਨਿਮਰਤਾ ਰੱਖਣੀ, ਤਾਂ ਤੈਨੂੰ ਸਤਿਗੁਰੂ ਪਤੀ ਜਿਹੜਾ ਉਹ ਤੈਨੂੰ ਪ੍ਰਵਾਨ ਕਰੇਗਾ। ਨਿਵਣ ਸੋ ਅੱਖਰ ਖਿਵਣ ਗੁਣ, ਜੇਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ। ਇਹ ਤਿੰਨ ਤਰ੍ਹਾਂ ਦਾ ਭੇਖ ਵੇਸ, ਇਹ ਬਾਹਰਲਾ ਸਰੂਪ ਕਰ ਲੈ, ਤੇ ਫਿਰ ਕੀ ਹੋਏਗਾ? ਫਿਰ ਸਤਿਗੁਰੂ ਪ੍ਰਭੂ ਪਤੀ ਜਿਹੜਾ ਉਹ ਤੇਰੇ ਵਸ ਵਿੱਚ ਆ ਜਾਏਗਾ। ਤੁਹਾਨੂੰ ਪਤਾ ਜਨਾਨੀਆਂ ਬੜੇ ਜੰਤਰ ਮੰਤਰ ਕਰਵਾਉਂਦੀਆਂ ਨੇ ਸੰਤਾਂ ਸਾਧਾਂ ਮੰਤਰੀਆਂ ਤੋਂ ਜਾ ਕੇ, ਮੇਰੇ ਘਰ ਵਾਲਾ ਮੇਰੇ ਵਸ ਵਿੱਚ ਆ ਜਾਵੇ।
ਤੇ ਇਹ ਤਾਂ ਕੰਮ ਹੀ ਸੌਖਾ, ਨਾਲੇ ਬਚਨ ਗੁਰੂ ਜੀ ਦਾ ਬਾਹਰਲਾ ਮੰਤਰ ਜਾ ਕੇ ਕਰਾਉਣ ਦੀ ਲੋੜ ਹੀ ਨਹੀਂ ਪੈਣੀ ਨਾ, ਇਹ ਆਪੇ ਹੀ ਘਰੇ ਹੀ ਇਹ ਮੰਤਰ ਪੜ੍ਹ ਲੈਣਾ। ਜਿਹੜੀ ਮੈਂ ਤੁਕ ਦੱਸ ਰਿਹਾ ਸੀ, ਮਿੱਠਾ ਬੋਲੇ ਨਿਵ ਚਲੈ, ਫਿਰ ਕੀ ਹੋਏਗਾ, ਸੇਜੈ ਰਵੈ ਪਤਾਰ। ਫਿਰ ਪਤੀ ਸਿਰਫ ਵਸ ਵਿੱਚ ਹੀ ਨਹੀਂ ਆ ਜਾਏਗਾ, ਫਿਰ ਪਤੀ ਤਾਂ ਬਿਸਤਰੇ ਤੇ ਆ ਕੇ ਵੀ ਪ੍ਰੇਮ ਕਰੇਗਾ। ਮਿੱਠਾ ਬੋਲੇ ਨਿਵ ਚਲੇ, ਸੇਜੈ ਰਵੈ ਪਤਾਰ। ਸੋ ਸਾਧ ਸੰਗਤ ਜੀ, ਇਸ ਕਰਕੇ ਮਿੱਠਾ ਬੋਲਣਾ, ਇਸ ਚੀਜ਼ ਤੇ ਅਭਿਆਸ ਕਰੋ। ਕਿਵੇਂ? ਪਰਿਵਾਰ ਦੇ ਵਿੱਚ ਜਦੋਂ ਵੀ ਕੋਈ ਨਾਰਾਜ਼ਗੀ, ਬੇਸਵਾਦੀ, ਝਗੜੇ ਹੁੰਦੇ ਨੇ, ਇੱਕ ਜਾਣਾ ਤੱਤਾ ਬੋਲਦਾ ਤੇ ਦੂਜਾ ਜਾਣਾ ਚੁੱਪ ਕਰ ਜਾਓ। ਜੇ ਬੋਲਣਾ ਅੱਗੋਂ ਤੇ ਮਿੱਠਾ ਬੋਲੋ, ਨਹੀਂ ਤੇ ਉੱਕਾ ਹੀ ਚੁੱਪ ਕਰ ਜਾਓ। ਕਿਉਂਕਿ ਕ੍ਰੋਧ ਐਸੀ ਭਾਵਨਾ ਹੈ ਜਿਹੜੀ ਬਹੁਤਾ ਸਮਾਂ ਨਹੀਂ ਰਹਿ ਸਕਦੀ। ਮਨੁੱਖ ਦੇ ਮਨ ਤੇ ਤਨ ਦੇ ਵਿੱਚ ਕਈ ਪ੍ਰਕਾਰ ਦੀਆਂ ਭਾਵਨਾਵਾਂ ਜਾਗਦੀਆਂ ਨੇ, ਜਿਨ੍ਹਾਂ ਦੇ ਵਿੱਚੋਂ ਗੁੱਸਾ, ਕ੍ਰੋਧ ਉਹ ਭਾਵਨਾ ਹੈ ਜਿਹੜੀ ਬਹੁਤਾ ਸਮਾਂ ਨਹੀਂ ਰਹਿ ਸਕਦੀ। ਥੋੜ੍ਹੇ ਸਮੇਂ ਬਾਅਦ ਕ੍ਰੋਧ ਨੇ ਸ਼ਾਂਤ ਹੋਣਾ ਹੀ ਹੈ। ਉਸ ਸਮੇਂ ਜੇ ਆਪਾਂ ਸੰਭਲ ਜਾਈਏ, ਉੱਕਾ ਹੀ ਨਾ ਬੋਲੀਏ, ਜੇ ਬਹੁਤੀ ਗੱਲ ਇਹਦੇ ਕੋਲੋਂ ਉੱਠ ਕੇ ਲਾਂਭੇ ਤੁਰ ਜਾਈਏ, ਨਹੀਂ ਤੇ ਅੱਗੋਂ ਬੜੇ ਸ਼ਾਂਤ ਸੁਭਾਅ ਨਾਲ ਉੱਤਰ ਦੇਈ ਜਾਈਏ, ਤਾਂ ਉਹਦੇ ਨਾਲ ਦੂਸਰਾ ਕ੍ਰੋਧ ਵਾਲਾ ਸਾਡਾ ਪਰਿਵਾਰਕ ਜੀਅ ਜਿਹੜਾ, ਉਹ ਥੋੜ੍ਹੀ ਦੇਰ ਬਾਅਦ ਥੱਕ ਜਾਏਗਾ, ਉਹਦੀਆਂ ਗੱਲਾਂ ਮੁੱਕ ਜਾਣਗੀਆਂ, ਗਾਲਾਂ ਵੀ ਮੁੱਕ ਜਾਣਗੀਆਂ। ਫਿਰ ਆਪਾਂ ਜਦੋਂ ਸ਼ਾਂਤੀਪੂਰਵਕ ਗੱਲ ਕਰਾਂਗੇ ਤੇ ਕਲੇਸ਼ ਵਧੇਗਾ ਨਹੀਂ, ਕਲੇਸ਼ ਘਟੇਗਾ। ਇਸ ਕਰਕੇ ਇਹ ਉਸੇ ਤਰ੍ਹਾਂ ਦੀ ਗੱਲ ਹੀ ਹੈ ਕਿ ਜਿਵੇਂ ਅੱਗ ਬਲਦੀ ਹੋਵੇ ਨਾ, ਤੇ ਉਹਦੇ ਵਿੱਚੋਂ ਲੱਕੜਾਂ ਨੂੰ ਵੱਖਰੀਆਂ ਵੱਖਰੀਆਂ ਕੱਢ ਦਈਏ ਤੇ ਉਹ ਅੱਗ ਆਪੇ ਹੀ ਬੁਝ ਜਾਂਦੀ ਹੈ। ਕਿਉਂਕਿ ਅੱਗ ਨੂੰ ਬਲਣ ਵਾਸਤੇ ਕੁਛ ਸਮਾਨ ਨਹੀਂ ਮਿਲਦਾ। ਜਿਸ ਸਮਾਨ ਦੇ ਆਧਾਰ ਤੇ ਉਹ ਬਲਦੀ ਪਈ ਸੀ, ਉਹ ਤੇ ਮੁੱਕ ਗਿਆ ਜਾਂ ਦੂਰ ਦੂਰ ਹੋ ਗਿਆ, ਤੇ ਆਪੇ ਅੱਗ ਬੁਝ ਗਈ। ਤੁਹਾਨੂੰ ਪਤਾ, ਆਪਣੇ ਪੰਜਾਬੀ ਦੀ ਇੱਕ ਕਹਾਵਤ ਹੈ ਕਿ ਉਹਨੇ ਗੱਲ ਨੂੰ ਹਵਾ ਦਿੱਤੀ, ਉਹਨੇ ਲੜਾਈ ਨੂੰ ਹਵਾ ਦਿੱਤੀ। ਇਸੇ ਤਰ੍ਹਾਂ ਜੇ ਅੱਗ ਨੂੰ ਹਵਾ ਦੇਈਏ ਨਾ, ਤੇ ਬੜੀ ਬਲਦੀ ਹੈ। ਫਿਰ ਪਤਾ, ਜਿਨ੍ਹਾਂ ਨੇ ਪੁਰਾਣੇ ਫੂਕਾਂ ਮਾਰਨ ਵਾਲੇ ਚੁੱਲ੍ਹੇ ਵੇਖੇ ਸੀ, ਉਹਨਾਂ ਨੂੰ ਪਤਾ ਫੂਕਾਂ ਮਾਰਦੇ ਹੁੰਦੇ ਸੀ। ਇੱਕ ਨਾਲੀ ਜੀ ਹੁੰਦੀ ਸੀ, ਉਹਦੇ ਨਾਲ ਫੂਕ ਮਾਰਦੇ ਹੁੰਦੇ ਸੀ। ਅੱਗ ਕਈ ਵਾਰੀ ਫਿਰ ਵੀ ਨਹੀਂ ਸੀ ਬਲਦੀ ਹੁੰਦੀ। ਛਿਟੀਆਂ ਡਾਉਂਦੇ ਹੁੰਦੇ ਸਾਂ, ਫਿਰ ਵੀ ਨਹੀਂ ਸੀ ਬਲਦੀ, ਤੇ ਕਈ ਵਾਰੀ ਬਲ ਵੀ ਪੈਂਦੀ ਸੀ। ਪਰ ਧੂੰਆਂ ਬੜਾ ਪੈ ਪੈ ਕੇ ਅੱਖਾਂ 'ਚ, ਤੇ ਬੜਾ ਪਾਣੀ ਵਗਦਾ ਹੁੰਦਾ ਸੀ। ਭਾਵ ਹਵਾ ਦਿੰਦੇ ਸਾਂ ਅੱਗ ਨੂੰ ਬਾਲਣ ਲਈ। ਜਦੋਂ ਆਪਾਂ ਅੱਗੋਂ ਕਿਸੇ ਦੀ ਗੱਲ ਦਾ ਪ੍ਰਤੀ ਉੱਤਰ ਕਰਦੇ ਹਾਂ ਨਾ, ਉਹ ਪ੍ਰਤੀ ਉੱਤਰ ਨਾਲ ਆਪਾਂ ਹਵਾ ਦਿੰਦੇ ਹਾਂ ਅੱਗ ਨੂੰ ਬਾਲਣ ਲਈ। ਕਲੇਸ਼ ਵਧਾਉਣ ਲਈ, ਝਗੜਾ ਵਧਾਉਣ ਲਈ ਆਪਾਂ ਵੀ ਹਵਾ ਦਿੰਦੇ ਹਾਂ। ਇਸ ਕਰਕੇ ਪਿਆਰਿਓ, ਲੋੜ ਇਹ ਹੈ ਕਿ ਆਪਾਂ ਹਵਾ ਨਾ ਦੇਈਏ। ਧਿਆਨ ਨਾਲ ਵਿੱਚ ਸੁਣਿਓ ਜੇ, ਆਪਾਂ ਹਵਾ ਨਹੀਂ ਦੇਣੀ ਅੱਗੋਂ। ਆਪਾਂ ਗੱਲ ਨੂੰ ਸ਼ਾਂਤ ਕਰਨਾ। ਉਸ ਤੋਂ ਬਾਅਦ ਸਹਿਮਤ ਹੋਣਾ ਨਾ ਹੋਣਾ ਇੱਕ ਵੱਖਰੀ ਗੱਲ ਹੈ। ਉਹਦੇ ਵਾਸਤੇ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਧੀਰਜ ਰੱਖੀਏ। ਧੀਰਜ ਰੱਖਣਾ ਬਹੁਤ ਜ਼ਰੂਰੀ ਹੈ। ਧੀਰਜ ਧਰੈ ਬੁੱਧੀਮਾਨ ਨਿਰੰਤਰ। ਬੁੱਧੀਮਾਨ ਪੁਰਸ਼ ਜਿਹੜੇ ਨੇ, ਉਹ ਧੀਰਜ ਰੱਖਦੇ ਨੇ, ਕਾਲੇ ਨਹੀਂ ਪੈਂਦੇ। ਆਪ ਜੀ ਵੀ ਬੁੱਧੀਮਾਨ ਬਣੋ ਨਾ, ਵਿਚਾਰਵਾਨ ਬਣੋ। ਗੁਰੂ ਕਾ ਹੁਕਮ ਹੈ ਵਿਚਾਰਵਾਨ ਬਣੋ। ਦਸਵੇਂ ਪਾਤਸ਼ਾਹ ਵੀ ਬਚਨ ਕਰਦੇ ਨੇ, ਧੀਰਜ ਧਾਮ ਬਣਾਏ। ਧੀਰਜ ਦਾ ਘਰ ਬਣਾ ਆਪਣੇ ਸਰੀਰ ਨੂੰ। ਉਹ 5-10 ਮਿੰਟ ਜੇ ਆਪਾਂ ਧੀਰਜ ਕਰ ਜਾਈਏ, ਤਾਂ ਫੇਰ ਵੇਖੋ ਕਿਵੇਂ ਕੰਮ ਠੀਕ ਹੁੰਦਾ। ਅੱਧ 'ਚ ਤੇ ਉਦੋਂ ਹੀ ਆ ਗਿਆ ਨਾ, ਜਦੋਂ ਅੱਗੋਂ ਆਪਾਂ ਕਿਸੇ ਦੀ ਗੱਲ ਦਾ ਪ੍ਰਤੀ ਉੱਤਰ ਨਹੀਂ ਕੀਤਾ, ਤੇ ਅੱਧ 'ਚ ਤਾਂ ਕੰਮ ਉੱਥੇ ਹੀ ਆ ਗਿਆ। ਉਹ ਕਿੰਨਾ ਕੁ ਚਿਰ ਰੌਲਾ ਪਾਈ ਜਾਏਗਾ? ਅਖੀਰ ਨੂੰ ਤੇ ਗੱਲਾਂ ਮੁੱਕਣੀਆਂ ਹੀ ਨੇ। ਸੋ ਇੱਕ ਢੰਗ ਤਾਂ ਇਹ ਹੈ। ਦੂਸਰਾ, ਜਿਹੜੀ ਮੈਂ ਬੇਨਤੀ ਆਪ ਜੀ ਨੂੰ ਪਹਿਲੋਂ ਵੀ ਕਰ ਰਿਹਾ ਸੀ, ਮਿੱਠਾ ਬੋਲਣ ਦੀ ਗੱਲ। ਕਾਗਾ ਕਿਆ ਕਿਸ ਧਨ ਹਰੇ, ਕੋਇਲ ਕਿਆ ਕਿਸ ਦੇ। ਕੋਇਲ ਦੀ ਆਵਾਜ਼ ਮਿੱਠੀ ਹੈ, ਕਿਸੇ ਦਾ ਮਨ ਮੋਹ ਲੈਂਦੀ ਹੈ। ਆਪਾਂ ਵੀ ਮਿੱਠੀ ਭਾਸ਼ਾ ਬੋਲਣੀ ਸ਼ੁਰੂ ਕਰੀਏ। ਇੱਥੇ ਜਿੱਥੇ ਮੈਂ ਜਿਨ੍ਹਾਂ ਦੇ ਘਰ ਰਹਿਣਾ, ਬੀਬੀ ਬਲਜੀਤ ਕੌਰ ਜੀ ਬੜੀ ਮਿੱਠੀ ਭਾਸ਼ਾ ਬੋਲਦੇ। ਕੋਈ ਵੀ ਗੱਲ ਕੋਈ ਹੁੰਦੀ ਹੈ ਤੇ ਉਸ ਗੱਲ ਨੂੰ ਬੜਾ ਹੱਸ ਕੇ ਲੈ ਲੈਂਦੇ ਨੇ, ਤੇ ਉਸ ਗੱਲ ਨੂੰ ਹੱਸ ਕੇ ਟਾਲ ਕੇ ਤੇ ਅੱਗੋਂ ਉਸ ਗੱਲ ਨੂੰ ਮਿੱਠੀ ਭਾਸ਼ਾ ਦੇ ਵਿੱਚ ਕਰਦੇ।
ਇਹ ਗੁਣ ਗ੍ਰਹਿਣ ਕਰਨ ਦੀ ਲੋੜ ਹੈ, ਭਾਵੇਂ ਕਿਸੇ ਕੋਲ ਵੀ ਹੈ, ਕਿਉਂਕਿ ਸਾਂਝ ਕਰੀ ਜਾਏ ਗੁਣਾ ਕੇਰੀ ਸੱਚੇ ਪਾਤਸ਼ਾਹ ਦਾ ਬਚਨ ਹੈ। ਸੋ ਸਾਧ ਸੰਗਤ ਜੀ, ਆਪਾਂ ਵੀ ਮਿੱਠਾ ਬੋਲਣਾ ਸ਼ੁਰੂ ਕਰੀਏ। ਮਿੱਠਾ ਬੋਲਣ ਤੇ ਜੋ ਤੁਹਾਡਾ ਖਰਚਾ ਆਏਗਾ, ਜਿੰਨਾ ਤੁਹਾਨੂੰ ਬੈਂਕ ਤੋਂ ਕਰਜ਼ਾ ਚੁੱਕਣਾ ਪਵੇ ਮਿੱਠਾ ਬੋਲਣ ਲਈ, ਉਹਦਾ ਸਾਰਾ ਵਿਆਜ ਵੀ ਮੈਂ ਦੇਵਾਂਗਾ ਤੇ ਕਿਸ਼ਤਾਂ ਵੀ ਮੈਂ ਤਾਰਾਂਗਾ। ਪਰ ਇਹ ਬੜਾ ਔਖਾ ਕੰਮ ਹੈ, ਕਰਕੇ ਵੇਖੋ। ਆਪ ਜੀ ਨੂੰ ਮੈਂ ਕਿਉਂ ਬੇਨਤੀ ਕਰ ਰਿਹਾ ਵਾਰੀ ਵਾਰੀ ਮਿੱਠਾ ਬੋਲਣ ਲਈ, ਤਾਂ ਕਿ ਕਲੇਸ਼ ਨਾਮਕ ਰੋਗ ਸਾਡੇ ਪਰਿਵਾਰ ਵਿੱਚੋਂ ਦੂਰ ਹੋ ਜਾਵੇ। ਕਲੇਸ਼ ਨਾਮਕ ਰੋਗ ਨੂੰ ਦੂਰ ਕਰਨ ਲਈ ਕਈ ਪ੍ਰਕਾਰ ਦੇ ਸਾਧਨਾਂ ਦੀ ਲੋੜ ਹੈ, ਜਿਹਦੇ ਵਿੱਚੋਂ ਇੱਕ ਬੜਾ ਵੱਡਾ ਸਾਧਨ ਹੈ ਮਿੱਠਾ ਬੋਲਣਾ। ਬਾਕੀ ਦੇ ਵੀ 2-4 ਆਪ ਜੀ ਨੂੰ ਮੈਂ ਬੇਨਤੀ ਕਰ ਚੁੱਕਿਆ। ਮਿੱਠਾ ਬੋਲਣਾ, ਖਿਮਾ ਕਰਨੀ ਅਤੇ ਧੀਰਜ ਰੱਖਣਾ, ਇਤ ਆਦਿ ਕਈ ਨੇ। ਜਿਵੇਂ ਬਾਹਰ ਲੇਪ ਕਰਨਾ, ਅੰਦਰ ਦਵਾਈ ਦੇਣੀ, ਹਵਾ ਠੰਡੀ ਦੇਣੀ, ਮੱਥੇ ਤੇ ਬਰਫ਼ ਦੀ ਪੱਟੀ ਰੱਖਣੀ, ਆਦਿ ਬੁਖਾਰ ਹਟਾਉਣ ਲਈ ਕਈ ਪ੍ਰਕਾਰ ਦੇ ਢੰਗ ਵਰਤਣੇ ਪੈਂਦੇ ਨੇ ਨਾ। ਇਸੇ ਤਰ੍ਹਾਂ ਇਸ ਰੋਗ ਵਾਸਤੇ ਵੀ ਕਈ ਵਰਤਣੇ ਪੈਂਦੇ ਨੇ, ਪਰ ਮਿੱਠਾ ਬੋਲਣਾ ਉਹਦੇ ਵਿੱਚ ਬਹੁਤ ਵੱਡੀ ਚੀਜ਼ ਹੈ ਇੱਕ। ਹੁਣ ਆਪਾਂ ਸਾਰੇ ਹੀ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੂੰ ਮੰਨਦੇ ਹਾਂ, ਤੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਦਾ ਬਚਨ ਮੰਨਦੇ ਹੋਏ, ਉਹਨਾਂ ਤੇ ਸ਼ਰਧਾ ਰੱਖਦੇ, ਉਹਨਾਂ ਦੇ ਜਾਨਸ਼ੀਨਾਂ ਨੂੰ ਵੀ ਮੰਨਦੇ ਹਾਂ। ਅੱਗੋਂ ਅਸੀਂ ਉਹਨਾਂ ਸੱਚੇ ਪਾਤਸ਼ਾਹ ਦੀ ਉਚਾਰੀ ਹੋਈ ਗੁਰੂ ਬਾਣੀ, ਜਾਂ ਜਿਹੜੀ ਬੀੜ ਪੰਜਵੇਂ ਪਾਤਸ਼ਾਹ ਨੇ ਬੰਨ੍ਹ ਕੇ ਤਿਆਰ ਕੀਤੀ, ਸਾਰੇ ਭਗਤਾਂ ਆਦਿ ਦੀ ਬਾਣੀ ਰਲਾ ਕੇ, ਉਸ ਨੂੰ ਵੀ ਆਪਾਂ ਮੰਨਦੇ ਹਾਂ। ਸੋ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ, ਸਾਡੇ ਗੁਰੂ ਜੀ ਦੇ ਉਪਦੇਸ਼ ਤੇ ਗੁਰੂ ਬਾਣੀ ਦੇ ਅਨੁਸਾਰ ਸਿੱਖ ਦੀ ਸਰਵੋਤਮ ਅਵਸਥਾ ਕੀ ਹੈ? ਆਪਾਂ ਗੁਰੂ ਕੇ ਚਰਨੀ ਲੱਗੇ ਹਾਂ। ਆਪ ਜੀ ਨੇ ਕਦੀ ਵਿਚਾਰਿਆ ਕਾਹਦੇ ਲਈ ਲੱਗੇ ਹਾਂ? ਗੁਰੂ ਕੇ ਚਰਨੀ ਇਸ ਵਾਸਤੇ ਲੱਗੇ ਹਾਂ ਮੁੱਖ ਰੂਪ 'ਚ, ਕਿ ਮੇਰਾ ਜਨਮ ਮਰਨ ਦਾ ਚੱਕਰ ਕੱਟਿਆ ਜਾਵੇ ਤੇ ਮੈਂ ਨਿਜ ਸਰੂਪ ਦੇ ਵਿੱਚ ਲੀਨ ਹੋ ਜਾਵਾਂ। ਇਹ ਧਿਆਨ ਨਾਲ ਵਿਚਾਰਿਓ ਜੀ। ਜਿਹੜੀ ਇਹ ਗੱਲ ਆਪ ਜੀ ਨੂੰ ਮੈਂ ਬੇਨਤੀ ਕਰ ਰਿਹਾ, ਇਹ ਸ਼ਾਇਦ ਹੀ ਕੋਈ ਦੱਸਦਾ ਹੋਵੇ ਕਿ ਸਿੱਖ ਕਿਉਂ ਬਣੇ ਆ। ਸਿੱਖ ਦਾ ਭਾਵ ਚੇਲਾ। ਮੈਂ ਗੁਰੂ ਦਾ ਚੇਲਾ ਕਿਉਂ ਬਣਿਆ? ਗੁਰੂ ਕਿਉਂ ਧਾਰਨ ਕੀਤਾ? ਇਹ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ। ਬ੍ਰਹਮ ਗਿਆਨੀ ਬਣਨਾ। ਬ੍ਰਹਮ ਗਿਆਨੀ ਬਣ ਕੇ ਨਿਜ ਸਰੂਪ ਦੇ ਵਿੱਚ ਲੀਨ ਹੋਣਾ। ਮਨ ਗੁਰ ਮਿਲ ਕਾਜ ਸਵਾਰੇ। ਗੁਰੂ ਨੂੰ ਮਿਲ ਕੇ ਆਪਣਾ ਕੰਮ ਸਵਾਰ ਲੈ। ਕਿਹੜਾ ਕੰਮ? ਆ ਬਾਹਰਲੇ ਸੰਸਾਰਿਕ ਕੰਮਾਂ ਦੀ ਇੱਥੇ ਗਿਣਤੀ ਨਹੀਂ, ਭਾਵੇਂ ਇਹ ਆਪਣੀ ਥਾਂ ਨੇ। ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨਾ ਹੈ ਬਸੇਰਾ। ਜਿਸ ਕੰਮ ਵਾਸਤੇ ਤੂੰ ਸੰਸਾਰ ਤੇ ਆਇਆ, ਕਾਹਦੇ ਵਾਸਤੇ ਆਇਆ? ਹਰੀ ਨੂੰ ਆਪਣੇ ਮਨ ਦੇ ਵਿੱਚ ਵਸਾਉਣ ਵਾਸਤੇ। ਸੰਸਾਰ ਤੇ ਸਾਡਾ ਜਨਮ ਬਹੁਤ ਸਾਰੇ ਬੱਚੇ ਪੈਦਾ ਕਰਨ ਵਾਸਤੇ ਨਹੀਂ ਹੋਇਆ, ਬਹੁਤ ਸਾਰੀਆਂ ਕੋਠੀਆਂ, ਕਾਰਾਂ, ਫੈਕਟਰੀਆਂ ਲਾਉਣ ਵਾਸਤੇ ਨਹੀਂ ਹੋਇਆ। ਸਾਨੂੰ ਮਨੁੱਖਾ ਜਨਮ ਇਸ ਵਾਸਤੇ ਮਿਲਿਆ ਕਿ ਇਸ ਜਨਮ ਵਿੱਚ, ਗੁਰਬਾਣੀ ਅਨੁਸਾਰ ਮੈਂ ਬੇਨਤੀ ਕਰ ਰਿਹਾ, ਮਨੁੱਖਾ ਜਨਮ ਇਸ ਵਾਸਤੇ ਮਿਲਿਆ ਕਿ ਗੁਰੂ ਨੂੰ ਮਿਲ ਕੇ ਆਪਣਾ ਕੰਮ ਸਵਾਰ ਲੈ। ਤੇ ਕੰਮ ਤੇਰਾ ਕੀ ਹੈ? ਕਿ ਹਰੀ ਨੂੰ ਮਨ ਦੇ ਵਿੱਚ ਵਸਾ ਤੇ ਹਰੀ ਨਾਲ ਇੱਕ ਰੂਪ ਹੋ ਜਾ। ਮਨ ਰੇ ਗੁਰ ਮਿਲ ਕਾਜ ਸਵਾਰੇ, ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨਾ ਹੈ ਬਸੇਰਾ। ਹਰੀ ਨੂੰ ਗੁਰੂ ਦੇ ਰਾਹੀਂ ਆਪਣੇ ਅੰਦਰ ਵਸਾ ਲੈ। ਫਿਰ ਕੀ ਹੋਏਗਾ? ਨਿਜ ਘਰ ਮਹਲ ਪਾਵੋ ਸੁਖ ਸਾਜੇ। ਨਿਜ ਸ਼ਬਦ ਦਾ ਅਰਥ ਹੈ ਆਪਣੇ ਘਰ। ਆਪਾਂ ਬਾਹਰ ਕੰਮਕਾਰ ਕਰਨ ਜਾਂਦੇ ਹਾਂ ਨਾ, ਫਿਰ ਕੀ ਆਖੀਦਾ? ਹੁਣ ਆਪਣੇ ਘਰ ਜਾਣਾ। ਗੁਆਂਢੀਆਂ ਦੇ, ਰਿਸ਼ਤੇਦਾਰਾਂ ਦੇ, ਕਈ ਥਾਵਾਂ ਤੇ ਹੋਟਲਾਂ 'ਚ ਜਾਂ ਬੜੇ ਸੁੰਦਰ ਮਕਾਨਾਂ 'ਚ ਕਿਤੇ ਵੀ ਕਿੰਨੇ ਕਿੰਨੇ ਮਹੀਨੇ ਵੀ ਰਹਿ ਲਈਏ, ਵਿਦੇਸ਼ਾਂ 'ਚ ਵੀ ਰਹਿ ਲਈਏ, ਅਖੀਰ ਨੂੰ ਕੀ ਆਖੀਦਾ? ਆਪਣੇ ਘਰ ਚੱਲੀਏ। ਹੁਣ ਉਹ ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਸਤਿਗੁਰੂ ਅਰਜਨ ਦੇਵ ਜੀ ਦੀ ਰਚਨਾ ਦਾ ਬਚਨ ਨੇ, ਨਿਜ ਘਰ, ਆਪਣੇ ਘਰ ਮਹਿਲ ਪਾਵੋ ਸੁਖ ਸਾਜੇ। ਸੁਖ ਸਹਿਤ, ਪੂਰਨ ਸੁਖ ਸਹਿਤ ਆਪਣੇ
ਨਿਜ ਘਰ, ਆਪਣੇ ਘਰ ਦੇ ਵਿੱਚ ਗਿਆਨ ਧਾਰਨ ਕਰਕੇ ਆਪਣੇ ਘਰ ਦੇ ਵਿੱਚ ਜਾ ਕੇ ਸੁਖ ਪੂਰਵਕ ਵਸ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਫਿਰ ਕੀ ਹੋਏਗਾ? ਬਹੁਰ ਨਾ ਹੋਏਗੋ ਫੇਰਾ। ਮੁੜ ਕੇ ਜਨਮ ਮਰਨ ਦਾ ਗੇੜ ਨਹੀਂ ਹੋਵੇਗਾ। ਬਹੁਰ ਨਾ ਹੋਏਗੋ ਫੇਰਾ, ਫਿਰ ਇਹ ਜਨਮ ਮਰਨ ਦਾ ਚੱਕਰ ਮੁੱਕ ਜਾਏਗਾ। ਸੋ ਸਾਡੀ ਸਰਵੋਤਮ ਅਵਸਥਾ ਸਿੱਖ ਦੀ ਅਖੀਰਲੀ ਸਭ ਤੋਂ ਉੱਪਰਲੀ ਇਹ ਹੈ। ਇਸ ਚੀਜ਼ ਨੂੰ ਸਦਾ ਧਿਆਨ 'ਚ ਰੱਖਣ ਦੀ ਲੋੜ ਹੈ। ਉਹਦੇ ਵਾਸਤੇ ਮੈਂ ਆਪ ਜੀ ਨੂੰ ਇਹ ਬੇਨਤੀ ਕਰ ਰਿਹਾ, ਪ੍ਰਭੂ ਦੇ ਵਿੱਚ ਅਸੀਂ ਜਦੋਂ ਲੀਨ ਹੋ ਜਾਂਦੇ ਹਾਂ, ਪ੍ਰਭੂ ਦੇ ਗੁਣ ਸੱਚੇ ਪਾਤਸ਼ਾਹ ਆਪਣੀ ਰਸਨਾ ਤੋਂ ਕੀ ਉਚਾਰਦੇ ਨੇ ਉਹ ਸਮਝਣ ਦੀ ਲੋੜ ਹੈ। ਕਿਉਂਕਿ ਅਸੀਂ ਪ੍ਰਭੂ ਦਾ ਰੂਪ ਹੈਗੇ ਹਾਂ ਤੇ ਪ੍ਰਭੂ ਦਾ ਰੂਪ ਵਾਪਸ ਬਣਨਾ ਹੈ, ਭਾਵ ਇਹ ਮਹਿਸੂਸ ਕਰਨਾ ਹੈ, ਇਸ ਗੱਲ ਨੂੰ ਸਮਝਣਾ ਹੈ ਕਿ ਮੈਂ ਪ੍ਰਭੂ ਰੂਪ ਹਾਂ। ਅਹੰ ਬ੍ਰਹਮਸਮੀ, ਜੋ ਬ੍ਰਹਮੰਡੇ ਜਿਹੜਾ ਸਾਰੇ ਸੰਸਾਰ 'ਚ ਰਮਿਆ ਹੋਇਆ ਸੋਈ ਪਿੰਡੇ, ਉਹ ਮੇਰੇ ਅੰਦਰ ਵੀ ਹੈਗਾ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਸੰਸਾਰ ਪ੍ਰਭੂ ਦੀ ਹੀ ਕੋਠੀ ਹੈ ਜਿਹਦੇ ਵਿੱਚ ਉਹ ਆਪ ਵਸਦਾ। ਫਰਕ ਸਿਰਫ ਇੰਨਾ ਹੀ ਹੈ ਕਿ ਜਦੋਂ ਅੰਦਰ ਜਿੰਨਾ ਚਿਰ ਪ੍ਰਕਾਸ਼ ਨਹੀਂ ਹੁੰਦਾ ਉਹਨਾਂ ਚਿਰ ਸਾਨੂੰ ਪਤਾ ਨਹੀਂ ਲੱਗਦਾ। ਤੇ ਪ੍ਰਭੂ ਦੇ ਲੱਛਣ ਸੱਚੇ ਪਾਤਸ਼ਾਹ ਕੀ ਬਚਨ ਕਰਦੇ ਨੇ? ਮਿੱਠ ਬੋਲੜਾ ਜੀ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਜਿਹੜਾ ਪ੍ਰਭੂ ਹੈ ਉਹ ਹਰੀ ਮੇਰਾ ਸੱਜਣ ਵੀ ਹੈ। ਤੇ ਕੀ ਇਹ ਬੜਾ ਮਿੱਠਾ ਬੋਲਣ ਵਾਲਾ ਹੈ? ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਬੜਾ ਮਿੱਠਾ ਬੋਲਦਾ ਹੈ। ਉਹ ਮੇਰਾ ਮਿੱਤਰ ਵੀ ਹੈ, ਮੇਰਾ ਪਤੀ ਵੀ ਹੈ, ਮੇਰਾ ਪਿਤਾ ਵੀ ਹੈ। ਫਿਰ ਉਹ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ। ਮੈਂ ਬੜੀ ਵਾਰੀ ਪਰਖ ਕੇ ਵੀ ਵੇਖ ਲਿਆ, ਸ਼ਰਾਰਤਾਂ ਕਰਕੇ ਵੀ ਵੇਖ ਲਿਆ, ਭੈੜੀਆਂ ਗੱਲਾਂ ਕਰਕੇ ਵੀ ਵੇਖ ਲਿਆ, ਚੂੰਡੀਆਂ ਵੱਢ ਕੇ ਵੀ ਵੇਖ ਲਿਆ। ਮੇਰਾ ਪ੍ਰਭੂ ਪਤੀ ਜਿਹੜਾ ਉਹ ਕਦੀ ਕੌੜਾ ਨਹੀਂ ਬੋਲਦਾ। ਹੋ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ। ਇਹ ਨਿਸ਼ਾਨੀ ਹੈ ਪ੍ਰਭੂ ਦੀ। ਤੇ ਪ੍ਰਭੂ ਦਾ ਰੂਪ ਆਪਾਂ ਬਣਨਾ ਤਾਂ ਜਾ ਕੇ ਜਨਮ ਮਰਨ ਦਾ ਚੱਕਰ ਕੱਟਿਆ ਜਾਣਾ। ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨਾ। ਉਹ ਕੌੜਾ ਬੋਲਣਾ ਜਾਣਦਾ ਹੀ ਨਹੀਂ। ਮੇਰਾ ਪ੍ਰਭੂ ਪਤੀ, ਮੇਰਾ ਪ੍ਰਭੂ ਸੱਜਣ ਜਿਹੜਾ, ਉਹਨੂੰ ਕੌੜਾ ਬੋਲਣਾ ਆਉਂਦਾ ਹੀ ਨਹੀਂ। ਜਿਵੇਂ ਕਈਆਂ ਨੂੰ ਆਪਾਂ ਨੂੰ ਇੰਗਲਿਸ਼ ਨਹੀਂ ਨਾ ਆਉਂਦੀ, ਉਹਨੂੰ ਆਉਂਦੀ ਹੀ ਨਹੀਂ, ਉਹਨੂੰ ਕੌੜਾ ਬੋਲਣ ਦੀ ਭਾਸ਼ਾ ਹੀ ਨਹੀਂ ਆਉਂਦੀ। ਕੌੜਾ ਬੋਲ ਨਾ ਜਾਣੈ, ਫਿਰ ਕੀ ਹੈ? ਉਹ ਪੂਰਨ ਭਗਵਾਨ ਹੈ। ਪੂਰਾ ਅਧੂਰਾ ਭਗਵਾਨ ਨਹੀਂ, ਉਹ ਪੂਰਾ ਹੀ ਭਗਵਾਨ ਹੈ। ਤੇ ਫਿਰ ਕੀ ਕਰਦਾ? ਔਗਣ ਕੋ ਨਾ ਚਿਤਾਰੇ। ਮੇਰਾ ਕੋਈ ਔਗਣ ਨਹੀਂ ਵੇਂਦਾ, ਉਹ ਔਗਣ ਕੋਈ ਨਾ ਚਿਤਾਰੇ। ਕਿਸੇ ਔਗਣ ਨੂੰ ਚੇਤਾ ਹੀ ਨਹੀਂ ਰੱਖਦਾ। ਬੜੀ ਔਖੀ ਗੱਲ ਹੈ ਕਿਸੇ ਦੀ ਕੀਤੀਆਂ ਗਲਤੀਆਂ ਨੂੰ ਭੁੱਲ ਜਾਣਾ। ਦੇਖੋ ਇਹਦੇ 'ਚ ਵੀ 3-4 ਗੱਲਾਂ ਨੇ। ਭੁੱਲ ਜਾਣਾ, ਚੇਤਾ ਨਾ ਰੱਖਣਾ, ਤੇ ਚੇਤਾ ਹੁੰਦਿਆਂ ਵੀ ਜਣਾਉਣਾ ਨਾ। ਇਹਦੇ ਵਾਸਤੇ ਲੰਬੀ ਵਿਆਖਿਆ ਫੇਰ ਕਰਾਂਗਾ। ਕੌੜਾ ਬੋਲ ਨਾ ਜਾਣਾ, ਉਹਨੂੰ ਕੌੜਾ ਬੋਲਣ ਵਾਲੀ ਭਾਸ਼ਾ ਹੀ ਨਹੀਂ ਆਉਂਦੀ। ਪੂਰਨ ਭਗਵਾਨ ਹੈ ਤੇ ਮੇਰਾ ਕੀਤਾ ਹੋਇਆ ਕੋਈ ਔਗਣ, ਕੋਈ ਗਲਤੀ ਉਹ ਚਿਤਾਰਦਾ ਨਹੀਂ। ਸਮੇਂ ਤੇ ਚੇਤਾ ਰੱਖ ਕੇ ਮੇਰੇ ਗਿੱਟੇ ਤੇ ਨਹੀਂ ਲਾਉਂਦਾ, ਤੂੰ ਆਹ ਕੰਮ ਕੀਤਾ ਸੀ, ਤੂੰ ਆਹ ਕੀਤਾ ਸੀ। ਪਤਾ ਹੀ ਨਾ ਪਤੀ ਜਾਂ ਪਤਨੀ ਕੋਈ ਵੀ, ਕਿਉਂਕਿ ਇੱਥੇ ਇਹ ਭੇਦ ਨਹੀਂ ਹੈਗਾ ਕਿ ਇਸਤਰੀ ਪੁਰਸ਼ ਦਾ ਭੇਦ ਨਹੀਂ। ਫਿਰ ਪਤਿਤ ਪਾਵਨ ਹਰ ਬਿਰਧ ਸਦਾਏ। ਭਗਤ ਵਛਲ ਕਰਤੱਵਯ ਹੈ, ਪਾਪੀਆਂ ਨੂੰ ਪਵਿੱਤਰ ਕਰਦਾ। ਇੱਕ ਤਿਲ ਨਹੀਂ ਭੰਨੈ ਕੱਲ। ਮੇਰੇ ਚੰਗੇ ਕੀਤੇ ਕੰਮਾਂ ਨੂੰ ਉਹ ਵਿਸਾਰਦਾ ਨਹੀਂ, ਉਹਨਾਂ ਨੂੰ ਆਪਣੇ ਹਿਸਾਬ ਕਿਤਾਬ ਦੇ ਵਿੱਚੋਂ ਕੱਢਦਾ ਨਹੀਂ। ਇੱਕ ਤਿਲ ਛੋਟੇ ਜਿਹੇ ਚੰਗੇ ਕੀਤੇ ਕੰਮ ਨੂੰ ਵੀ ਨਹੀਂ ਉਹ ਭੁੱਲਦਾ ਨਹੀਂ। ਘਟ ਘਟ ਵਾਸੀ ਸਰਬ ਨਿਵਾਸੀ, ਨੇੜੇ ਹੀ ਤੇ ਨੇਰਾ। ਉਹ ਨੇੜੇ ਤੋਂ ਨੇੜੇ ਹੈ, ਸਰਬ ਨਿਵਾਸੀ ਹੈ। ਉਸ ਪ੍ਰਭੂ ਦਾ ਆਪਾਂ ਰੂਪ ਬਣਨਾ, ਫਿਰ ਸਾਡਾ ਜਨਮ ਮਰਨ ਦਾ ਚੱਕਰ ਕੱਟਿਆ ਜਾਏਗਾ। ਨਿਜ ਘਰ ਮਹਿਲ ਪਾਵੋ ਸੁਖ ਸਾਜੇ, ਬੋਰ ਨਾ ਹੋਏਗੋ ਫੇਰਾ। ਫਿਰ ਗੇੜਾ ਮੁੱਕ ਜਾਏਗਾ। ਇੱਥੇ ਆ ਕੇ ਇੱਕ ਛੋਟਾ ਜਿਹਾ ਪ੍ਰਮਾਣ ਹੈ।
ਜਿਹੜਾ ਕਿ ਇਸ ਸੰਸਾਰਿਕ ਸ੍ਰਿਸ਼ਟੀ ਦਾ ਪ੍ਰਮਾਣ ਹੈ ਧਨੀ ਰਾਮ ਚਾਤਰਿਕ ਦਾ। ਧਨੀ ਰਾਮ ਚਾਤਰਿਕ ਪੰਜਾਬੀ ਦੇ ਮਹਾਨ ਕਵੀ ਹੋਏ ਨੇ ਔਰ ਉਹਨਾਂ ਦੀ ਕਵਿਤਾ ਪੜ੍ਹਿਆ ਕਰੋ, ਬੜਾ ਹੀ ਆਨੰਦਦਾਇਕ ਕਵਿਤਾ ਉਹਨਾਂ ਦੀ। ਉਹਨਾਂ ਨੇ ਲਿਖਿਆ ਹੈ, ਸਾਈਆਂ ਦੁਨੀਆ ਵਿੱਚ ਮੇਰਾ ਵੀ ਕੋਈ ਯਾਰ ਹੁੰਦਾ, ਸਾਈਆਂ ਦੁਨੀਆ ਵਿੱਚ ਮੇਰਾ ਵੀ ਕੋਈ ਯਾਰ ਹੁੰਦਾ, 4 ਦਿਨ ਜਿਉਂਦਿਆਂ ਵਿੱਚ 4 ਦਿਨ ਮੇਰਾ ਵੀ ਸ਼ੁਮਾਰ ਹੁੰਦਾ, ਮੇਰੀ ਵੀ ਗਿਣਤੀ ਜਿਉਂਦਿਆਂ ਵਿੱਚ ਹੋ ਜਾਂਦੀ। ਅਗਲੀ ਜਿਹੜੀ ਉਹਨਾਂ ਦੀ ਤੋਕ ਹੈ ਨਾ, ਬੜੀ ਧਿਆਨ ਨਾਲ ਸਮਝਣ ਵਾਲੀ ਹੈ। ਐਬਾਂ ਸਮੇਤ ਅਪਣਾ ਕੇ ਮੈਨੂੰ ਗਲੇ ਲਗਾਉਂਦਾ, ਐਬਾਂ ਸਮੇਤ ਅਪਣਾ ਕੇ ਮੈਨੂੰ ਗਲੇ ਲਗਾਉਂਦਾ, ਸੁਣੀਆਂ ਸੁਣਾਈਆਂ ਦੇ ਸਿਰ ਤੇ ਨਾ ਭਾਰ ਹੁੰਦਾ, ਗਲਤੀਆਂ ਦੇ ਸਮੇਤ ਮੈਨੂੰ ਅਪਣਾ ਕੇ ਗਲ ਨਾਲ ਲਾਉਂਦਾ। ਮੈਂ ਆਪ ਜੀ ਨੂੰ ਹੁਣੇ ਦੱਸਿਆ ਨਾ, ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨ ਹੈ, ਔਗਣ ਕੋ ਨਾ ਚਿਤਾਰੇ। ਗਲਤੀਆਂ ਕਹਿ ਲਈਏ ਜਾਂ ਔਗਣ ਕਹਿ ਲਈਏ, ਇੱਕੋ ਹੀ ਗੱਲ ਹੈ। ਉਹਨੂੰ ਨਾ ਚੇਤੇ ਰੱਖ ਕੇ ਉਹਦੇ ਸਮੇਤ ਮੈਨੂੰ ਗਲੇ ਲਾਉਂਦਾ ਤੇ ਸੁਣੀਆਂ ਸੁਣਾਈਆਂ ਦੇ ਸਿਰ ਤੇ ਨਾ ਭਾਰ ਹੁੰਦਾ। ਕਦੀ ਸੱਸ ਨੇ ਕੰਨ ਦੇ ਵਿੱਚ ਫੂਕ ਮਾਰਤੀ ਤੇ ਕਦੀ ਮਾਂ ਨੇ ਮਾਰਤੀ, ਕਦੀ ਨੂੰਹ ਨੇ ਮਾਰ ਦਿੱਤੀ, ਕਦੀ ਪਤੀ ਦੇ ਮਾਰਤੀ, ਕਦੀ ਪਤਨੀ ਦੇ ਮਾਰਤੀ, ਕਦੀ ਭੈਣ ਦੇ ਕੰਨ 'ਚ ਫੂਕ ਮਾਰਤੀ ਤੇ ਕਦੀ ਗੁਆਂਢੀਆਂ ਨੇ ਦੱਸਤਾ ਤੇ ਕਦੀ ਕਿਸੇ ਸਹੇਲੀ ਨੇ ਦੱਸ ਦਿੱਤਾ। ਉਹਦੇ ਸਿਰ ਤੇ ਭਾਰ ਨਾ ਹੁੰਦਾ। ਸੋ ਇਸ ਕਰਕੇ ਆਪਾਂ ਨੂੰ ਲੋੜ ਹੈ ਕਿ ਆਪਾਂ ਹਰੀ ਵਾਲੇ ਉਹ ਗੁਣ ਧਾਰਨ ਕਰੀਏ, ਪ੍ਰਭੂ ਰੂਪ ਬਣੀਏ, ਤਾਂ ਕਿ ਸਾਡਾ ਜਨਮ ਮਰਨ ਦਾ ਚੱਕਰ ਕੱਟਿਆ ਜਾਵੇ। ਅਤੇ ਜਨਮ ਮਰਨ ਦਾ ਚੱਕਰ ਤਾਂ ਹੀ ਕੱਟਿਆ ਜਾਵੇਗਾ ਜੇ ਅਸੀਂ ਗੁਰੂ ਕਾ ਬਚਨ ਮੰਨਾਂਗੇ। ਤੇ ਗੁਰੂ ਕਾ ਬਚਨ ਕੀ ਹੈ ਕਿ ਨਿਵਣ ਸੋ ਅੱਖਰ ਖੇਵਣ ਗੁਣ, ਜੇ ਬਾ ਮਣੀਆਂ ਮੰਤ, ਇਹ ਤਰ੍ਹਾਂ ਭੈਣੇ ਵੇਸ ਕਰ ਤਾਂ ਵਸ ਆਈ ਕੰਤ। ਗੁਰੂ ਕਾ ਬਚਨ ਮੰਨਾਂਗੇ ਤਾਂ ਕਲੇਸ਼ ਰੂਪੀ ਰੋਗ ਸਾਡੇ ਪਰਿਵਾਰ ਚੋਂ ਸਦਾ ਲਈ ਦੂਰ ਹੋ ਜਾਏਗਾ। ਇਸ ਕਰਕੇ ਸਾਧ ਸੰਗਤ ਜੀ, ਮਿੱਠਾ ਬੋਲਿਆ ਕਰੋ, ਖਿਮਾ ਕਰਿਆ ਕਰੋ। ਕੋਈ ਕੌੜਾ ਬੋਲੇ ਵੀ ਤਾਂ ਵੀ ਖਿਮਾ ਕਰ ਦਿਓ, ਟਲ ਜਾਓ। ਅਤੇ ਕਿਸੇ ਦੀ ਚੰਗੀਆਂ ਕੀਤੀਆਂ ਨੂੰ ਯਾਦ ਰੱਖੋ, ਗਲਤੀਆਂ ਕੀਤੀਆਂ ਨੂੰ ਭੁੱਲਣ ਦੀ ਕੋਸ਼ਿਸ਼ ਕਰੋ। ਸਾਰੀਆਂ ਭਾਵੇਂ ਨਹੀਂ ਵੀ ਭੁੱਲੀਆਂ ਜਾਂਦੀਆਂ, ਜਿੰਨੀਆਂ ਭੁੱਲ ਸਕੀਏ ਓਨੀਆਂ ਹੀ ਸਹੀ। ਤੇ ਉਹਨਾਂ ਗਲਤੀਆਂ ਨੂੰ ਵਿਸਾਰ ਦਿਓ, ਔਗਣ ਕੋ ਨਾ ਚਿਤਾਰੇ। ਔਰ ਸੁਣੀਆਂ ਸੁਣਾਈਆਂ ਦੇ ਸਿਰ ਤੇ ਆਪਣੇ ਪਰਿਵਾਰ 'ਚ ਇੱਕ ਦੂਜੇ ਦੇ ਨਾਲ ਔਖੇ ਨਾ ਹੋਇਆ ਕਰੋ। ਜਿਹੜਾ ਤੁਹਾਨੂੰ ਆ ਕੇ ਆਂਦਾ ਹੈ ਨਾ, ਉਹ ਤੇਰੇ ਘਰ ਵਾਲੀ ਨੇ, ਤੇਰੀ ਭੈਣ ਨੇ, ਤੇਰੇ ਭਰਾ ਨੇ, ਤੇਰੇ ਪਿਤਾ ਨੇ, ਤੇਰੇ ਫਲਾਣੇ ਸੱਜਣ ਨੇ ਤੈਨੂੰ ਆਹ ਗੱਲ ਆਖੀ ਸੀ, ਉਹਨੂੰ ਕੋਈ ਨਹੀਂ, ਮੈਨੂੰ ਆਖਿਆ ਸੀ ਨਾ, ਤੈਨੂੰ ਤੇ ਨਹੀਂ ਨਾ ਆਖਿਆ। ਜੇ ਤੇ ਤੂੰ ਮੇਰਾ ਸਕਾ ਸਾਂ ਤੇ ਉਹਨੂੰ ਉੱਥੇ ਹੀ ਜਵਾਬ ਦੇ ਦੇਣਾ ਸੀ ਵੀ ਇਹ ਗੱਲਾਂ ਨਹੀਂ ਕਰੀਦੀਆਂ। ਤੇ ਨਹੀਂ ਤੇ ਮੈਨੂੰ ਕਾਹਦੇ ਲਈ ਦੱਸਣ ਆਇਆ ਬਈ, ਮੈਨੂੰ ਕਾਹਦੇ ਲਈ ਦੱਸਣ ਆਇਆ। ਕੋਈ ਨਹੀਂ, ਜੇ ਇਹ ਕਰੋਗੇ ਨਾ 90% ਸਿਆਪੇ ਉਂਝ ਹੀ ਮੁੱਕ ਜਾਂਦੇ ਨੇ। ਲੋਕਾਂ ਨੂੰ ਗੱਲ ਕਰਨ ਨੂੰ ਥਾਂ ਹੀ ਨਹੀਂ ਰਹਿੰਦਾ ਜਦੋਂ ਆਪਾਂ ਨਾ ਸੁਣਾਂਗੇ। ਸੋ ਸੁਣੀਆਂ ਸੁਣਾਈਆਂ ਦੇ ਸਿਰ ਤੇ ਨਾ ਭਾਰ ਹੁੰਦਾ। ਇਸ ਕਰਕੇ ਸਾਧ ਸੰਗਤ ਜੀ, ਆਪਣੇ ਘਰੋਂ ਕਲੇਸ਼ ਮਿਟਾਈਏ ਅਤੇ ਜੀਵਨ ਸੁਖੀ ਕਰਨ ਵਾਸਤੇ ਪ੍ਰੇਮ ਵਧਾਈਏ, ਪ੍ਰੇਮ ਵਧਾਉਣ ਵਾਲੇ ਤਰੀਕੇ ਲੱਭੀਏ।